ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੁ। ਸੋਰਠ ਮਹੱਲਾ ਪੰਜਵਾਂ। ਗੁਰਪੁਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦੁਆਰਾ ਆਪਾਂ ਸਾਰੇ ਹੀ ਸੰਗਤ ਰੂਪ ਦੇ ਵਿੱਚ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦੀ ਸੇਵਾ ਉਪਰੰਤ ਨਿਤਨੇਮ ਔਰ ਆਸਾ ਜੀ ਦੀ ਵਾਰ ਦੇ ਹਰ ਜਸ ਕੀਰਤਨ ਅਰਦਾਸ ਬੇਨਤੀ ਤੋਂ ਉਪਰੰਤ ਜੋ ਹੁਕਮਨਾਮੇ ਦੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਉਸ ਦੀ ਵਿਚਾਰ ਦੇ ਨਾਲ ਜੁੜਨ ਦੇ ਯਤਨ ਕਰਾਂਗੇ। ਔਰ ਉਸ ਦੇ ਨਾਲ ਨਾਲ ਅੱਜ ਜੋ ਸੰਗਰਾਂਦ ਦਾ ਪਾਵਨ ਪਵਿੱਤਰ ਦਿਹਾੜਾ ਵੀ ਹੈ,
ਸਾਉਣ ਦਾ ਮਹੀਨਾ ਅੱਜ ਸਮੁੱਚੇ ਸੰਸਾਰ ਦੇ ਅੰਦਰ ਪ੍ਰਾਰੰਭ ਹੋ ਰਿਹਾ ਹੈ, ਜਿਸ ਨੂੰ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤੇ ਹਨ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ। ਵਣ ਤ੍ਰਿਣ ਹਰਿਆ ਹਰ ਸੰਗ ਮੌਲਿਆ। ਸਾਉਣ ਦੇ ਮਹੀਨੇ ਦੇ ਵਿੱਚ ਇਹ ਜਿਹੜੀ ਰੁੱਤ ਮੰਨੀ ਬਰਸਾਤ ਦੀ ਮੰਨੀ ਹੈ। 6 ਰੁੱਤਾਂ ਹਨ, 12 ਮਹੀਨੇ ਹਨ, 2 ਮਹੀਨਿਆਂ ਦੀ ਇੱਕ ਰੁੱਤ ਹੈ। ਸੂਰਜ ਏਕੋ ਰੁੱਤ ਅਨੇਕ। ਬਰਸਾਤ ਦੀ ਰੁੱਤ ਦੇ ਅੰਦਰ ਮੀਂਹ ਪੈਂਦੇ ਹਨ। ਸਾਉਣ ਦੇ ਮਹੀਨੇ ਦੇ ਵਿੱਚ ਵਨਸਪਤੀ ਜਿਹੜੀ ਹੈ ਹਰਿਆਵਲਤਾ ਦੇ ਵਿੱਚ ਆਉਂਦੀ ਹੈ, ਖੇੜੇ ਦੇ ਵਿੱਚ ਆਉਂਦੀ ਹੈ। ਔਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ ਕਿ ਗੁਰੂ ਦਾ ਉਪਦੇਸ਼ ਜਿਹੜਾ ਹੈ ਉਹ ਵੀ ਸਾਉਣ ਦੇ ਬੱਦਲ ਦੇ ਵਾਂਗ ਹੈ। ਜਿਵੇਂ ਸਾਉਣ ਦੇ ਬੱਦਲ ਮੀਂਹ ਵਰਸਾਉਂਦੇ ਆ ਤੇ ਹਰਿਆਵਲਤਾ ਕਰ ਦਿੰਦੇ ਆ, ਗੁਰੂ ਦਾ ਉਪਦੇਸ਼ ਜਿਹੜਾ ਹੈ ਉਹ ਵੀ ਮੀਂਹ ਦੇ ਵਾਂਗ ਹੈ। ਔਰ ਜਿਸ ਦੇ ਉੱਤੇ ਗੁਰੂ ਦੇ ਉਪਦੇਸ਼ ਦਾ ਮੀਂਹ ਪੈ ਜਾਏ, ਉਹਦਾ ਮਨ ਤੇ ਤਨ ਹਰਿਆਵਲਤਾ ਦੇ ਨਾਲ ਭਰ ਜਾਂਦਾ, ਖਿੜ ਜਾਂਦਾ ਹੈ। ਤੇ ਅਖੀਰ ਤੇ ਸਤਿਗੁਰੂ ਜੀ ਕਹਿੰਦੇ, ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ। ਇਸਤਰੀ ਰੂਪਕ ਅਲੰਕਾਰ ਦੇ ਅੰਦਰ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੁਆਰਾ ਉਪਦੇਸ਼ ਕੀਤਾ ਹੈ। ਸਤਿਗੁਰੂ ਜੀ ਕਹਿੰਦੇ, ਜਿਵੇਂ ਇੱਕ ਪਤੀ ਬ੍ਰਤਾ ਇਸਤਰੀ ਆਪਣੇ ਪਤੀ ਨੂੰ ਪਰਮੇਸ਼ਰ ਜਾਣ ਕੇ ਯਾਦ ਕਰਦੀ ਹੈ, ਹਰ ਸਮੇਂ ਉਹਦੇ ਭੈ ਦੇ ਵਿੱਚ, ਉਹਦੀ ਭਾਵਨਾ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ ਰਹਿੰਦੀ ਹੈ, ਤੇ ਉਹ ਪਤੀ ਦੇ ਸੁੱਖ ਨੂੰ ਮਾਣਦੀ ਹੈ, ਉਸ ਨੂੰ ਆਪਣੇ ਜੀਵਨ ਦਾ ਸਭ ਕੁਝ ਸਮਝਦੀ ਹੈ। ਇਸੇ ਪ੍ਰਕਾਰ ਹੀ ਜਿਹੜੀ ਜੀਵ ਰੂਪ ਇਸਤਰੀ ਉਸ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੂੰ ਆਪਣਾ ਪਤੀ ਮਾਲਕ ਜਾਣ ਲੈਂਦੀ ਹੈ, ਰਾਮ ਨਾਮ ਉਰ ਹਾਰ, ਤੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਦਾ ਹਾਰ ਬਣਾ ਲੈਂਦੀ ਹੈ। ਇਸੇ ਪ੍ਰਕਾਰ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਜਪ ਕੇ ਜਿਹੜੇ ਪਰਮੇਸ਼ਰ ਦੇ ਅਭੇਦ ਰੂਪੀ ਕੰਠ ਦੇ ਨਾਲ ਮਿਲ ਜਾਂਦੇ ਹੈ, ਉਹਨਾਂ ਦਾ ਸਾਉਣ ਦਾ ਮਹੀਨਾ ਸਤਿਗੁਰੂ ਜੀ ਕਹਿੰਦੇ ਸਫਲਾ ਹੈ। ਸੋ ਇਸ ਪ੍ਰਕਾਰ ਉਹਦੇ ਨਾਲ ਨਾਲ ਇਹ ਜੋ ਮਹਾਨ ਗੁਰਮਤਿ ਸਮਾਗਮ 400 ਸਾਲਾ ਮਹਾਨ ਤਿਆਗ ਵਿਰਾਗ ਦੀ ਮੂਰਤ ਪਰਉਪਕਾਰੀ ਸਤਿਗੁਰੂ ਤਿਲਕ ਤੇ ਜੰਝੂ ਦੇ ਰਾਖੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਉਹਨਾਂ ਮਹਾਨ ਪਰਉਪਕਾਰੀ ਸਤਿਗੁਰਾਂ ਦੇ ਜੀਵਨ ਨੂੰ ਆਪ ਜੀ ਕੱਲ੍ਹ ਤੋਂ ਗੁਰੂ ਘਰ ਤੋਂ ਵਰੋਸਾਏ ਰਾਗੀ ਢਾਡੀ ਕਥਾਵਾਚਕ ਵਿਦਵਾਨ ਸੱਜਣਾ ਪਾਸੋਂ ਸਰਵਣ ਕੀਤਾ ਹੈ। ਸੋ ਆਓ ਉਹਨਾਂ ਦੇ ਜੀਵਨ ਦੇ ਉੱਪਰ ਥੋੜ੍ਹੀ ਜਿਹੀ ਝਾਤ ਆਪਾਂ ਵੀ ਸਾਂਝੀ ਕਰੀਏ। ਸੰਸਾਰ ਦੇ ਅੰਦਰ ਧਾਰਮਿਕ ਵਿਦਵਾਨ ਦੱਸਦੇ ਹੈ ਵੀ ਧਰਮ ਨੂੰ 3 ਸ਼ਖਸ ਜਿਹੜੇ ਹੈ ਕਾਇਮ ਰੱਖਦੇ ਹੈ। ਧਰਮ ਦੀ ਮਰਿਆਦਾ ਸੰਸਾਰ ਦੇ ਅੰਦਰ 3 ਐਸੇ ਸ਼ਖਸ ਨੇ, ਉਹ ਕਾਇਮ ਕਰ ਦਿੰਦੇ ਹੈ, ਜਿਨ੍ਹਾਂ ਨੂੰ ਭਗਤ, ਸੂਰਮੇ ਤੇ ਦਾਤੇ ਕਿਹਾ ਜਾਂਦਾ ਹੈ। ਇਸੇ ਕਰਕੇ ਸ਼ਾਸਤਰ ਦਾ ਕਥਨ ਆਉਂਦਾ ਹੈ, ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕੈ ਸੂਰ, ਨਾਹੇ ਤੋ ਜਨਨੀ ਬਾਂਝ ਰਹਿ ਕਹਾਂ ਗਵਾਵੈ ਨੂਰ। ਤੁਲਸੀਦਾਸ ਜੀ ਦੇ ਬਚਨ ਹਨ ਕਿ ਜਾਂ ਤੇ ਮਾਤਾ ਭਗਤ ਨੂੰ ਜਨਮ ਦੇਵੇ, ਜਾਂ ਸੂਰਮੇ ਨੂੰ, ਜਾਂ ਦਾਤੇ ਨੂੰ। ਇਹ ਪ੍ਰਾਤਨ ਵਿਚਾਰਧਾਰਾ ਚੱਲੀ ਆਉਂਦੀ ਹੈ, ਪਰ ਗੁਰਮਤਿ ਦੀ ਵਿਚਾਰਧਾਰਾ ਇਹਦੇ ਨਾਲੋਂ ਨਵੀਂ ਹੈ। ਗੁਰੂ ਘਰ ਦੇ ਵਿੱਚ ਕੀ ਹੈ, ਸਤਿਗੁਰਾਂ ਨੇ ਉਪਦੇਸ਼ ਕੀਤਾ, ਸਿੱਖ ਹੀ ਭਗਤ ਹੈ, ਸਿੱਖ ਹੀ ਸੂਰਮਾ ਹੈ, ਤੇ ਸਿੱਖ ਹੀ ਦਾਤਾ ਹੈ।
ਵੱਖਰੇ ਵੱਖਰੇ ਨਹੀਂ ਹੈ। ਪੁਰਾਣੇ ਸਮੇਂ ਦੇ ਵਿੱਚ ਜਿਹੜਾ ਭਗਤ ਸੀ ਉਹ ਸੂਰਮਾ ਨਹੀਂ ਸੀ ਬਣ ਸਕਦਾ, ਜਿਹੜਾ ਸੂਰਮਾ ਸੀ ਉਹ ਦਾਤਾ ਨਹੀਂ ਸੀ ਬਣ ਸਕਦਾ, ਜਿਹੜਾ ਦਾਤਾ ਸੀ ਉਹ ਸੂਰਮਾ ਨਹੀਂ ਸੀ ਬਣ ਸਕਦਾ। ਪਰ ਇਹ ਗੁਰੂ ਘਰ ਦੇ ਅੰਦਰ ਸਤਿਗੁਰਾਂ ਨੇ ਮਰਿਆਦਾ ਕਾਇਮ ਕੀਤੀ ਕਿ ਜਿਸ ਹਿੰਦੁਸਤਾਨ ਦੇ ਅੰਦਰ ਰਾਜੇ ਅਸ਼ੋਕ ਵਰਗਿਆਂ ਨੂੰ ਧਰਮੀ ਬਣਨ ਵਾਸਤੇ ਸ਼ਸਤਰ ਸੁੱਟਣੇ ਪਏ, ਮਹਾਤਮਾ ਬੁੱਧ ਨੇ ਆਖਿਆ ਵੀ ਜੇ ਧਰਮੀ ਬਣਨਾ ਤੇ ਤਲਵਾਰ ਸੁੱਟ ਦੇ ਜੰਗ ਨਹੀਂ ਕਰਨਾ, ਜੀਵ ਹੱਤਿਆ ਨਹੀਂ ਕਰਨੀ, ਅਹਿੰਸਾ ਪਰਮੋ ਧਰਮਾ, ਇਹ ਪਾਠ ਪੜ੍ਹ ਤੇ ਫਿਰ ਤੂੰ ਧਰਮੀ ਬਣ ਸਕਦਾ। ਪਰ ਗੁਰੂ ਘਰ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਜੇ ਧਰਮੀ ਬਣਨਾ ਹੱਥ ਦੇ ਵਿੱਚ ਮਾਲਾ ਲੈ ਲੈ ਤੇ ਗਾਤਰੇ ਸ੍ਰੀ ਸਾਹਿਬ ਪਾਲਾ, ਫਿਰ ਧਰਮੀ ਬਣੇਗਾ, ਉੱਦਾਂ ਨਹੀਂ। ਦੋਹੇ ਚੀਜ਼ਾਂ ਸਤਿਗੁਰਾਂ ਨੇ ਕਾਇਮ ਕੀਤੀਆਂ। ਸੋ ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਦੇਖੋਗੇ, ਨਾ ਉਹਨਾਂ ਵਰਗਾ ਕੋਈ ਦਾਤਾ ਹੋਇਆ, ਨਾ ਉਹਨਾਂ ਵਰਗਾ ਕੋਈ ਭਗਤ ਹੋਇਆ, ਨਾ ਉਹਨਾਂ ਵਰਗਾ ਕੋਈ ਸੂਰਮਈ ਹੋਇਆ। ਜੇ ਉਹਨਾਂ ਦਾ ਦਾਤੇ ਵਾਲਾ ਸੁਭਾਅ ਦੇਖਣਾ ਹੋਵੇ ਤੇ ਇਤਿਹਾਸ ਦੇ ਅੰਦਰ ਇੱਕ ਸਾਖੀ ਆਉਂਦੀ ਹੈ। ਬਚਪਨ ਦੀ ਉਮਰ 7 ਸਾਲ ਦੀ ਉਮਰ ਦੇ ਵਿੱਚ ਘਰ ਦੇ ਵਿੱਚ ਬਾਬਾ ਗੁਰਦਿੱਤਾ ਜੀ ਦਾ ਵਿਆਹ ਆਇਆ, ਪਹਿਲਾ ਵਿਆਹ ਦਾ ਕਾਰਜ। ਤੇ ਮਾਤਾ ਨਾਨਕੀ ਜੀ ਨੇ ਆਪਣੇ ਸਾਹਿਬਜ਼ਾਦੇ 7 ਸਾਲ ਦੀ ਉਮਰ ਸਤਿਗੁਰਾਂ ਨੂੰ ਬੜੇ ਸੁੰਦਰ ਵਸਤਰ ਪਵਾਏ, ਸਿਰ ਦੇ ਉੱਤੇ ਦਸਤਾਰਾ ਸਜਾਇਆ, ਕਲਗੀ ਲਾਈ, ਗਹਿਣੇ ਪਾਏ, ਜਿਵੇਂ ਮਾਈਆਂ ਆਪਣੇ ਬੱਚਿਆਂ ਨੂੰ ਸੋਹਣਾ ਬਣਾਉਂਦੀਆਂ, ਸਵਾਰਦੀਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 7 ਸਾਲ ਦੀ ਉਮਰ ਦੇ ਵਿੱਚ ਇਸੇ ਤਰ੍ਹਾਂ ਸੱਜੇ ਧੱਜੇ ਬਾਹਰ ਗਏ ਤੇ ਬਾਹਰ ਕੋਈ ਗਰੀਬ ਮਿਲਿਆ, ਉਹਨੇ ਬੇਨਤੀ ਕੀਤੀ, ਕਹਿਣ ਲੱਗਿਆ ਜੀ ਮੈਨੂੰ ਦੇ ਦਿਓ। ਸਤਿਗੁਰਾਂ ਨੇ ਸਾਰਾ ਕੁਝ ਹੀ ਲਾ ਕੇ ਉਹਨੂੰ ਦੇ ਦਿੱਤਾ, ਵਸਤਰ ਵੀ ਦੇ ਦਿੱਤੇ, ਕਲਗੀ ਵੀ ਦੇ ਦਿੱਤੀ, ਦਸਤਾਰਾ ਵੀ ਦੇ ਦਿੱਤਾ, ਗਹਿਣੇ ਵੀ ਦੇ ਦਿੱਤੇ। ਇੰਨੇ ਤਿਆਗੀ ਸਨ, ਇੰਨੇ ਦਾਤੇ ਸਨ। ਪਰ ਉਹ ਸੰਕੇਤ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਇਹ ਆਪਣੇ ਤਨ ਦੇ ਵਸਤਰ ਦਾਨ ਕਰ ਰਹੇ ਹੈ, ਇਹਨਾਂ ਨੇ ਸਰੀਰ ਵੀ ਲੇਖੇ ਲਾ ਦੇਣਾ। ਇਸੇ ਕਰਕੇ ਇਤਿਹਾਸ ਦੇ ਅੰਦਰ ਬਚਨ ਆਉਂਦੇ ਹਨ ਕਿ ਜਦੋਂ ਸਤਿਗੁਰਾਂ ਦਾ ਜਨਮ ਹੋਇਆ ਤੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਦੇ ਬਚਨ ਆਉਂਦੇ ਹਨ, ਬਾਲਕ ਜਨਮਿਓ ਭਇਓ ਆਨੰਦ, ਕਿ ਜਿਹੜਾ ਬਾਲਕ ਪੈਦਾ ਹੋਇਆ ਘਰ ਦੇ ਵਿੱਚ ਬੜਾ ਆਨੰਦ ਹੋਇਆ, ਬੜੀ ਖੁਸ਼ੀ ਹੋਈ। ਤੇ ਅੱਗੇ ਕਵੀ ਜੀ ਕਹਿੰਦੇ ਹਨ ਕਿ ਜਿਹੜਾ ਇਹ ਹਿੰਦੂ ਸਮਾਜ ਹੈ, ਸਨਾਤਨੀ ਧਰਮ ਹੈ, ਇਹਦਾ ਬੀਜ ਰੱਖਣ ਵਾਸਤੇ, ਭਾਵ ਕਿ ਇਹਨਾਂ ਦੇ ਧਰਮ ਨੂੰ ਕਾਇਮ ਰੱਖਣ ਵਾਸਤੇ ਇਹ ਬਾਲਕ ਪੈਦਾ ਹੋਇਆ। ਇਹ ਸਤਿਗੁਰਾਂ ਦਾ ਦਾਤੇ ਵਾਲਾ ਸੁਭਾਅ ਹੈ। ਇਸੇ ਪ੍ਰਕਾਰ ਜੇ ਉਹਨਾਂ ਦੀ ਭਗਤੀ ਦੇਖੀਏ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 26 ਸਾਲ 9 ਮਹੀਨੇ 13 ਦਿਨ ਭਾਰੀ ਤਪ ਕੀਤਾ। ਜਦੋਂ ਇਹ ਸਾਖੀ ਅਸੀਂ ਸੁਣਦੇ ਹਾਂ ਤੇ ਸਾਨੂੰ ਵਿਚਾਰਾਂ ਸੁਣਨ ਨੂੰ ਮਿਲ ਜਾਂਦੀਆਂ ਵੀ ਜੀ ਉਹ ਪ੍ਰਚਾਰ ਕਰਨ ਜਾਂਦੇ ਸੀ, ਭੋਰੇ 'ਚ ਨਹੀਂ ਬੈਠੇ, ਤਪ ਨਹੀਂ ਕੀਤਾ। ਪਰ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੀ ਮੋਹਰ ਲਾਈ ਹੈ, ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਜੋਗ ਸਾਧਨਾ ਸਾਧਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਔਰ ਦੂਸਰੀ ਉਦਾਹਰਨ ਜੇ ਆਪਾਂ ਦੇਖਣੀ ਹੋਵੇ ਇਸ ਵਿਚਾਰ ਨੂੰ ਸਮਝਣ ਵਾਸਤੇ, ਕਿ ਆਪਾਂ ਆਮ ਇਹ ਗੱਲ ਕਹਿ ਦਿੰਦੇ ਆ ਕਿ ਜੇ ਤਪ ਤੋਂ ਬਿਨਾਂ ਰਾਜ ਨਹੀਂ ਮਿਲਦਾ। ਇਹ ਗੱਲ ਸਹੀ ਹੈ ਵੀ ਜਿਹਦਾ ਜਿੰਨਾ ਤਪ ਹੁੰਦਾ ਉਹਦਾ ਰਾਜ ਹੁੰਦਾ। ਪਰ ਅਗਲੀ ਗੱਲ ਕੀ ਹੈ ਕਿ ਜਿਹੜਾ ਰਾਜ ਜ਼ੁਲਮੀ ਬਣ ਜਾਏ, ਜਿਹੜਾ ਰਾਜ ਲੋਕਾਂ ਤੇ ਅਤਿਆਚਾਰ ਕਰੇ, ਉਹਨੂੰ ਠੱਲ ਪਾਉਣ ਵਾਸਤੇ ਵੀ ਤਪ ਜ਼ਰੂਰੀ ਹੁੰਦਾ, ਨਹੀਂ ਠੱਲ ਨਹੀਂ ਪੈਂਦੀ। ਔਰੰਗਜ਼ੇਬ ਦੇ ਸਾਹਮਣੇ ਬੜੇ ਬੜੇ ਵੱਡੇ ਜਿਹੜੇ ਪੀਰ ਸਨ ਉਹ ਅੜਦੇ ਰਹੇ, ਪਰ ਉਹਨੇ ਕਤਲ ਕਰਾ ਦਿੱਤੇ, ਉਹਦੇ ਤੇ ਕੋਈ ਅਸਰ ਨਹੀਂ ਪਿਆ। ਹਿੰਦੂ ਧਰਮ ਦੇ ਵੱਡੇ ਵੱਡੇ ਵਿਦਵਾਨ ਉਹਨੇ ਮੁਸਲਮਾਨ ਬਣਾ ਲਏ ਜਾਂ ਕਤਲ ਕਰ ਲਏ, ਕੋਈ ਉਹਦੇ ਤੇ ਅਸਰ ਨਹੀਂ ਪਿਆ। ਪਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਸਾਹਮਣੇ ਗਏ ਤੇ ਇੱਕੋ ਹੀ ਗੱਲ ਆਖੀ, ਕਹਿਣ ਲੱਗਿਆ ਜੀ ਮੈਂ 2 ਤੋਂ 1 ਕਰ ਦੇਣਾ। ਸਤਿਗੁਰੂ ਜੀ ਕਹਿੰਦੇ ਜੇ 2 ਤੋਂ 1 ਕਰੇਗਾ ਤੀਜਾ ਉੱਠ ਖੜਨਾ, ਉਸ ਤੀਸਰੇ ਨੇ ਤੇਰਾ ਸਭ ਕੁਝ ਖਤਮ ਕਰ ਦੇਣਾ। ਐਸੇ ਮਹਾਨ ਪਰਉਪਕਾਰੀ ਸਤਿਗੁਰੂ, ਉਹਨਾਂ ਦੀ ਭਗਤੀ ਜੇ ਆਪਾਂ ਦੇਖੀਏ ਤੇ ਉਹ ਵੀ ਅਤ ਕਥਨੀ ਨਹੀਂ ਹੈ, ਬੜੀ ਸਿਖਰ ਦੀ ਭਗਤੀ ਹੈ। ਜੇ ਉਹਨਾਂ ਦੀ ਸੂਰਮਤਾਈ ਦੇਖਣੀ ਹੈ, ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਹੀ ਇੱਕ ਬਹੁਤ ਵੱਡੀ ਸੂਰਮਤਾਈ ਹੈ। ਹੱਥ ਦੇ ਵਿੱਚ ਤਲਵਾਰ ਲੈ ਕੇ ਜੰਗ ਕਰਨਾ
ਲੜਨਾ, ਕਿਸੇ ਨੂੰ ਮਾਰਨਾ ਸੂਰਮਿਆਂ ਦਾ ਕੰਮ ਹੈ। ਪਰ ਬਿਨਾਂ ਤਲਵਾਰ ਚੱਕਿਆਂ ਕਿਸੇ ਦਾ ਰਾਜ ਭਾਗ ਖਤਮ ਕਰ ਦੇਣਾ, ਇਹਦੇ ਤੋਂ ਵੱਡੀ ਹੋਰ ਕੋਈ ਤੇਗ ਦੀ ਬਹਾਦਰੀ ਨਹੀਂ ਹੋ ਸਕਦੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਰਗਾ ਸੂਰਮਾ ਵੀ ਕੋਈ ਨਹੀਂ। ਸੋ ਉਹਨਾਂ ਦੀ ਪਾਵਨ ਗੁਰਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਵੀ ਹੈ। ਸਤਿਗੁਰਾਂ ਦੇ 59 ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 15 ਰਾਗਾਂ ਦੇ ਵਿੱਚ ਦਰਜ ਨੇ। 57 ਸ਼ਲੋਕ ਨੇ, ਜਿਨ੍ਹਾਂ ਨੂੰ ਆਪਾਂ ਭੋਗ ਦੇ ਸ਼ਲੋਕ ਕਹਿੰਦੇ ਆ। ਟੋਟਲ ਸ਼ਬਦ 116, ਔਰ ਸਾਰੇ ਹੀ ਸ਼ਬਦਾਂ ਦੇ ਵਿੱਚ ਤਿਆਗ ਤੇ ਵਿਰਾਗ ਦਾ ਉਪਦੇਸ਼ ਹੈ। ਕੋਈ ਵੀ ਸ਼ਬਦ ਪੜ੍ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤੇ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤੇ। ਸੋ ਇਸ ਪ੍ਰਕਾਰ ਉਹਨਾਂ ਦਾ ਇਹ ਪਾਵਨ ਪਵਿੱਤਰ ਜੀਵਨ, ਜਿਹਦੇ ਤੋਂ ਸਾਨੂੰ ਮਹਾਨ ਉਪਦੇਸ਼ ਪ੍ਰਾਪਤ ਹੁੰਦੇ ਹੈ। ਸੋ ਹੁਣ ਜੋ ਹੁਕਮਨਾਮਾ ਸਾਹਿਬ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਉਸ ਦੇ ਵਿਚਾਰ ਦੇ ਨਾਲ ਜੁੜਨ ਦੇ ਯਤਨ ਕਰੀਏ। ਸਾਰੀ ਸੰਗਤ ਇੱਕ ਵਾਰ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰਪੁਰੈ ਕਿਰਪਾ ਧਾਰੀ। ਸੋਰਠ ਰਾਗ ਦਾ ਨਾਮ ਹੈ। ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਇਹ ਪਾਵਨ ਬਚਨ ਉਚਾਰਨ ਕਰਦੇ ਹਨ। ਗੁਰਪੁਰੈ ਕਿਰਪਾ ਧਾਰੀ। ਸਤਿਗੁਰੂ ਜੀ ਕਹਿੰਦੇ, ਜਦੋਂ ਪੂਰੇ ਗੁਰੂ ਨੇ ਕਿਰਪਾ ਧਾਰੀ ਦਾ ਅਰਥ ਹੁੰਦਾ ਕੀਤੀ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਪੂਰੇ ਗੁਰੂ ਦਾ ਥਾਂ ਥਾਂ ਤੇ ਜ਼ਿਕਰ ਆਉਂਦਾ ਹੈ। ਔਰ ਨਾਲ ਸਤਿਗੁਰਾਂ ਨੇ ਇਹ ਵੀ ਬਚਨ ਕੀਤੇ ਹਨ, ਕਾਚੇ ਗੁਰ ਤੇ ਮੁਕਤ ਨਾ ਹੋਆ। ਇਹਦਾ ਮਤਲਬ ਸੰਸਾਰ ਦੇ ਵਿੱਚ ਕੱਚੇ ਗੁਰੂ ਵੀ ਹੁੰਦੇ ਆ। ਔਰ ਪੂਰੇ ਗੁਰੂ ਦੀਆਂ ਨਿਸ਼ਾਨੀਆਂ ਕੀ ਹਨ? ਪੂਰੇ ਗੁਰੂ ਤੋਂ ਹੀ ਸਾਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸ਼ਾਸਤਰ ਨੇ 11 ਨਿਸ਼ਾਨੀਆਂ ਪੂਰੇ ਗੁਰੂ ਦੀਆਂ ਦੱਸੀਆਂ। ਸ਼ਾਸਤਰ ਦਾ ਕਥਨ ਆਉਂਦਾ ਹੈ, ਇੰਦਰਨ ਕੋ ਖਿੰਚਿਓ ਗਨ, ਹਾਥ ਕੀਨੋ ਜੋਰ ਮਨ, ਪਰ ਉਪਕਾਰ ਹੀ ਲੋ ਤਨ ਭਾਈਅਤ ਹੈ। ਬੇਦਨ ਬਖਾਨਬੇ ਕੋ ਸਾਰਾ ਸਾਰ, ਜਾਨਬੇ ਕੋ ਭੇਦ ਗ੍ਰੰਥ, ਭਾਨਬੇ ਕੋ ਰੂਪ ਗਾਈਅਤ ਹੈ। ਏਕ ਰੂਪ ਪਹਿਚਾਨਿਓ, ਸਭ ਹੀ ਮੈਂ ਸੋਈ ਜਾਣਿਓ, ਆਪ ਤੇ ਨਾ ਜੁਦੋ ਮਾਨਿਓ, ਤਾਂ ਕੋ ਰੂਪ ਗਾਈਅਤ ਹੈ। ਈਸ਼ਵਰ ਲੋ ਧਿਆਵੈ, ਜੀ ਮੈਂ ਭਗਤ ਦਰੜਾਵੈ, ਜਬ ਐਸੋ ਗੁਰ ਪਾਵੈ, ਤਾਸੋਂ ਗਿਆਨ ਪਾਈਅਤ ਹੈ। ਸ਼ਾਸਤਰ ਇਹ ਕਹਿੰਦਾ ਵੀ ਜਿਹਦੇ ਵਿੱਚ 11 ਨਿਸ਼ਾਨੀਆਂ ਹੁੰਦੀਆਂ, ਉਹ ਗੁਰੂ ਹੁੰਦਾ। ਹੁਣ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਜਿਨ੍ਹਾਂ ਦਾ ਆਪਾਂ 400 ਸਾਲਾ ਮਨਾ ਰਹੇ ਹਾਂ, ਉਹਨਾਂ ਦੇ ਵਿੱਚ ਤੇ ਬੇਅੰਤ ਗੁਣ ਨੇ, ਆਪਾਂ ਨਹੀਂ ਬਿਆਨ ਕਰ ਸਕਦੇ। ਪਰ ਜਦੋਂ ਵਿਚਾਰ ਕਰਦੇ ਹਾਂ, ਉਦੋਂ ਆਪਾਂ ਵਿਚਾਰ ਦੇ ਵਿੱਚ ਆਪਾਂ ਇਹ ਬਚਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਦੇਖੀਏ। ਇੰਦਰਨ ਕੋ ਖਿੰਚਿਓ ਗਨ, ਸ਼ਾਸਤਰ ਕਹਿੰਦਾ ਜਿਹਨੇ ਆਪਣੀਆਂ ਇੰਦਰੀਆਂ ਦੇ ਵਿਸ਼ੇ ਖਿੱਚ ਲਏ ਆ। ਇੱਕ ਤੇ ਜੋਗੀ ਇੰਦਰੀਆਂ ਦਾ ਦਮਨ ਕਰ ਲੈਂਦੇ ਆ, ਉਹਦੀ ਕਿਰਿਆ ਨੂੰ ਬੰਦ ਕਰ ਦਿੰਦੇ ਆ, ਉਹ ਨਹੀਂ, ਉਹਦੇ ਵਿਸ਼ੇ ਨੂੰ ਮਾਰਨਾ, ਇਹ ਗੁਰਮਤਿ ਹੈ। ਅੱਖਾਂ ਦਾ ਵਿਸ਼ਾ ਰੂਪ ਖਿੱਚਣਾ, ਕੰਨਾਂ ਦਾ ਵਿਸ਼ਾ ਜਿਹੜਾ ਸ਼ਬਦ ਹੈ ਉਹਨੂੰ ਕੰਟਰੋਲ ਕਰਨਾ, ਜੀਭ ਦਾ ਵਿਸ਼ਾ ਜਿਹੜਾ ਰਸ ਹੈ, ਤਰ੍ਹਾਂ ਤਰ੍ਹਾਂ ਦੇ ਸਵਾਦ ਨੇ, ਉਹਨੂੰ ਕੰਟਰੋਲ ਕਰਨਾ, ਇਹ ਹੈ ਇੰਦਰੀਆਂ ਨੂੰ ਖਿੱਚਣਾ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਵਰਗਾ ਵੱਡਾ ਹੋਰ ਕੋਈ ਇੰਦਰੀਆਂ ਦਾ ਜਤੀ ਨਹੀਂ ਹੋ ਸਕਦਾ। ਇੰਦਰਨ ਕੋ ਖਿੰਚਿਓ ਗਨ, ਹਾਥ ਕੀਨੋ ਜੋਰ ਮਨ, ਜਿਹਨੇ ਆਪਣੇ ਮਨ ਨੂੰ ਆਪਣੇ ਹੱਥ ਦੇ ਵਿੱਚ ਕਰ ਲਿਆ ਹੋਵੇ। ਮਨ ਕਿੱਡਾ ਚੰਚਲ ਹੈ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ, ਮਨ ਨਹੀਂ ਟਿਕਦਾ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ, ਸੋ ਤੈਸੋ ਫਲ ਖਾਏ। ਐਸੇ ਮਨ ਨੂੰ ਜਿਨ੍ਹਾਂ ਨੇ ਆਪਣੇ ਹੱਥ ਦੇ ਵਿੱਚ ਕਰ ਲਿਆ, ਵਸ 'ਚ ਕਰ ਲਿਆ। ਤੇ ਅੱਗੇ ਕਹਿੰਦੇ ਹਨ, ਪਰਉਪਕਾਰ ਹੀ ਲੋ ਤਨ ਭਾਈਅਤ ਹੈ, ਜਿਹੜਾ ਆਪਣੇ ਤਨ ਨੂੰ ਪਰਉਪਕਾਰ ਦੇ ਲੇਖੇ ਲਾ ਦੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਰਉਪਕਾਰ ਹੀ ਕੀਤਾ। ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਨਾ ਸਤਿਗੁਰੂ ਜੀ ਤਿਲਕ ਲਾਉਂਦੇ ਆ, ਨਾ ਜੰਨੂ ਪਾਉਂਦੇ ਆ। ਪਰਉਪਕਾਰ ਹੀ ਕੀਤਾ ਨਾ, ਤਾਕਾ ਤਿੰਨਾਂ ਦਾ,
ਕਿਹਨਾਂ ਦਾ? ਭਾਵ ਹਿੰਦੂਆਂ ਦਾ। ਅੱਜ ਤਿਲਕ ਤੇ ਜੰਜੂ ਬਰਕਰਾਰ ਹੈ, ਆਰਤੀਆਂ ਹੋ ਰਹੀਆਂ ਮੰਦਰਾਂ ਦੇ ਵਿੱਚ, ਤੇ ਕਿਹਦੀ ਬਦੌਲਤ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ। ਪਰਉਪਕਾਰ ਕੀਤਾ। ਵੇਦਨ ਬਖਾਨਬੇ ਕੋ ਸਾਰਾ ਸਾਰ ਜਾਣਬੇ ਕੋ, ਵੇਦਾਂ ਨੂੰ ਕਥਨ ਕਰਨ ਵਾਲੇ, ਉਹਨਾਂ ਦੇ ਨਿਚੋੜ ਨੂੰ ਦੱਸਣ ਵਾਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਪੜ੍ਹੋ। ਸਤਿਗੁਰੂ ਜੀ ਕਹਿੰਦੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹਪ ਮਦ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਸਤਿਗੁਰੂ ਜੀ ਨੇ ਕਿੱਡੀਆਂ ਉਦਾਹਰਨਾਂ ਦਿੱਤੀਆਂ। ਸਤਿਗੁਰੂ ਜੀ ਕਹਿੰਦੇ, ਕਿਸੇ ਹੋਰ ਦੇ ਪਾਸੇ ਨਾ ਚਲੇ ਜਾਓ। ਸਿੱਖਾਂ ਨੂੰ ਉਪਦੇਸ਼ ਕੀਤਾ, ਜੇ ਕਿਸੇ ਹੋਰ ਦੇ ਕੋਲ ਚਲੇ ਗਏ, ਕਿਸੇ ਨੇ ਕੰਨ ਪਾੜ ਕੇ ਮੁੰਦਰਾਂ ਪਾ ਦੇਣੀ ਹੈ, ਕਿਸੇ ਨੇ ਸਵਾਹ ਮਲ ਦੇਣੀ ਹੈ, ਕਿਸੇ ਨੇ ਤਨ ਦੇ ਵਸਤਰ ਲਾਹ ਦੇਣੇ ਹੈ, ਕਿਸੇ ਨੇ ਪੈਰਾਂ ਤੋਂ ਨੰਗਿਆਂ ਕਰ ਦੇਣਾ। ਪਰ ਗੁਰੂ ਘਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ, ਜੋ ਤੈਨੂੰ ਮਿਲਿਆ ਉਹੀ ਰੱਖ ਲਾ। ਸਤਿਗੁਰੂ ਜੀ ਕੋਈ ਵੱਖਰੀ ਚੀਜ਼ ਨਹੀਂ ਪਵਾਉਂਦੇ, ਜੋ ਸਾਡੇ ਕੋਲ ਹੈ ਉਹੀ ਰਖਾਉਂਦੇ ਹੈ। ਕੇਸ ਸਾਡੇ ਕੋਲ ਨੇ, ਸਾਡੇ ਹੀ ਹੈ, ਕਿਸੇ ਹੋਰ ਦੇ ਤੇ ਨਹੀਂ। ਸਤਿਗੁਰੂ ਜੀ ਕਹਿੰਦੇ, ਰੱਖ ਲਾ। ਦਾੜਾ ਤੇਰਾ ਹੈ, ਇਹਨੂੰ ਰੱਖ ਲਾ। ਆਪਦੀ ਚੀਜ਼ ਹੀ ਸਤਿਗੁਰੂ ਜੀ ਸਾਨੂੰ ਰੱਖਣ ਨੂੰ ਕਹਿੰਦੇ ਆ, ਕੋਈ ਹੋਰ ਬਾਹਰੋਂ ਨਹੀਂ ਪਵਾਉਂਦੇ ਵੀ ਆਹ ਧਾਰਨ ਕਰ ਲਾ। ਤੇ ਤੇਰੇ ਨਾਲ ਹੀ ਸਤਿਗੁਰੂ ਜੀ ਕਹਿੰਦੇ, ਉਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਵਸਦਾ ਹੈ। ਫੁੱਲ ਦੇ ਵਿੱਚ ਸੁਗੰਧੀ ਹੈ, ਇਹ ਤੇ ਨਹੀਂ ਫੁੱਲ ਕਿਤੇ ਹੈ ਤੇ ਸੁਗੰਧੀ ਕਿਤੇ ਹੈ। ਫੁੱਲ ਦੇ ਵਿੱਚ ਹੀ ਸੁਗੰਧੀ ਹੈ, ਤਨ ਦੇ ਵਿੱਚ ਹੀ ਹਰ ਹੈ। ਹਰੀ ਪਰਮੇਸ਼ਰ ਤੇਰੇ ਵਿੱਚ ਹੀ ਹੈ, ਉਹਦੀ ਖੋਜ ਕਰ। ਵੇਦਨ ਬਖਾਨਬੇ ਕੋ ਸਾਰਾ ਸਾਰ ਜਾਣਬੇ ਕੋ, ਭੇਦ ਗ੍ਰੰਥ ਭਾਨਬੇ ਕੋ, ਰੂਪ ਗਾਈਅਤ ਹੈ ਏਕ ਰੂਪ ਪਹਿਚਾਨਿਓ, ਸਭ ਹੀ ਮੈਂ ਸੋਈ ਜਾਣਿਓ। ਜਿਨੇ ਇੱਕ ਰੂਪ ਪਰਮੇਸ਼ਰ ਦੀ ਪਛਾਣ ਕਰ ਲਈ ਹੈ ਤੇ ਸਾਰਿਆਂ ਦੇ ਵਿੱਚ ਉਸੇ ਨੂੰ ਜਾਣਿਆ। ਜੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਰਿਆਂ ਦੇ ਵਿੱਚ ਇੱਕ ਦੀ ਜੋਤ ਨੂੰ ਨਾ ਵੇਖਿਆ ਹੁੰਦਾ ਤੇ ਉਹ ਪਰਉਪਕਾਰ ਨਹੀਂ ਸੀ ਹੋਣਾ। ਸਤਿਗੁਰਾਂ ਨੇ ਉਹ ਚੀਜ਼ ਦੇਖੀ ਕਿ ਪਰਮੇਸ਼ਰ ਇਹਨਾਂ ਦੇ ਵਿੱਚ ਹੈ, ਸਾਰਿਆਂ ਦੇ ਵਿੱਚ ਉਸੇ ਦੀ ਸੱਤਾ ਹੈ, ਸਾਰੇ ਧਰਮ ਉਸੇ ਦੇ ਨੇ, ਸਾਰੇ ਉਹਦਾ ਜਸ ਗਾਉਂਦੇ ਆ। ਇਸ ਕਰਕੇ ਕੁਰਬਾਨੀ ਕੀਤੀ। ਇਸ ਕਰਕੇ ਸ਼ਾਸਤਰ ਕਹਿੰਦਾ ਹੈ ਕਿ ਐਸਾ ਜਦੋਂ ਗੁਰੂ ਮਿਲ ਪੈਂਦਾ ਹੈ ਤੇ ਫਿਰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਗੁਰ ਪੂਰੈ ਕਿਰਪਾ ਧਾਰੀ। ਜਦੋਂ ਪੂਰੇ ਗੁਰੂ ਨੇ ਭਾਈ ਸਿੱਖ ਦੇ ਉੱਤੇ ਕਿਰਪਾ ਧਾਰੀ ਕਹੀਏ ਕਰ ਦਿੱਤੀ। ਪ੍ਰਭ ਪੂਰੀ ਲੋਚ ਹਮਾਰੀ, ਤਾਂ ਸਤਿਗੁਰੂ ਜੀ ਕਹਿੰਦੇ ਹਨ, ਫਿਰ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੁਆਰਾ ਪੂਰੀ ਲੋਚ ਹਮਾਰੀ। ਲੋਚ ਦਾ ਅਰਥ ਹੁੰਦਾ ਇੱਛਾ, ਜਿਹੜੀ ਚਾਹਨਾ ਹੁੰਦੀ ਹੈ ਪੂਰਨ ਹੋ ਜਾਂਦੀ ਹੈ। ਜਦੋਂ ਪੂਰੇ ਗੁਰੂ ਦੀ ਕਿਰਪਾ ਹੋ ਜਾਏ, ਫਿਰ ਪਰਮੇਸ਼ਰ ਵਾਹਿਗੁਰੂ ਸਾਡੀ ਇੱਛਾ ਨੂੰ ਪੂਰਿਆਂ ਕਰ ਦਿੰਦਾ ਹੈ। ਗੁਰੂ ਦੀ ਕਿਰਪਾ ਤੇ ਪਰਮੇਸ਼ਰ ਦੀ ਕਿਰਪਾ, ਇਹ ਸਮਝਣ ਵਾਲੀ ਗੱਲ ਹੈ। ਜਦੋਂ ਪਰਮੇਸ਼ਰ ਦੀ ਕਿਰਪਾ ਸਾਡੇ ਤੇ ਹੁੰਦੀ ਹੈ, ਉਦੋਂ ਪੂਰਾ ਗੁਰੂ ਮਿਲਦਾ ਹੈ, ਤੇ ਜਦੋਂ ਪੂਰੇ ਗੁਰੂ ਦੀ ਕਿਰਪਾ ਹੁੰਦੀ ਹੈ, ਫਿਰ ਪਰਮੇਸ਼ਰ ਮਿਲਦਾ ਹੈ। ਇਹ ਗੱਲ ਸਮਝਣ ਵਾਲਾ ਨੁਕਤਾ। ਪੂਰੇ ਗੁਰੂ ਦੀ ਕਿਰਪਾ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੈ, ਤੇ ਪੂਰੇ ਗੁਰੂ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਪਰਮੇਸ਼ਰ ਦੀ ਕਿਰਪਾ ਹੋ ਜਾਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜਦੋਂ ਪੂਰਾ ਗੁਰੂ ਕਿਰਪਾ ਕਰਦਾ ਹੈ ਤੇ ਫਿਰ ਉਹ ਪਰਮੇਸ਼ਰ ਵਾਹਿਗੁਰੂ ਦੇ ਉਪਦੇਸ਼ ਨੂੰ ਜਦੋਂ ਅਸੀਂ ਗ੍ਰਹਿਣ ਕਰਦੇ ਹਾਂ, ਤੇ ਫਿਰ ਸਾਡੀ ਜਿਹੜੀ ਜੀਵਨ ਦੀ ਸਫਲਤਾ ਦੀ ਜਿਹੜੀ ਇੱਛਾ ਹੁੰਦੀ ਹੈ, ਤਨ ਔਰ ਮਨ ਦੇ ਵਿੱਚ ਜੋ ਪਰਮੇਸ਼ਰ ਵਾਹਿਗੁਰੂ ਉਹਦੀ ਲਖਤਾ ਜਿਹੜੀ ਹੈ, ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ, ਇਹ ਜਿਹੜੀ ਇੱਛਾ ਹੁੰਦੀ ਹੈ, ਇਹ ਪੂਰੀ ਹੋ ਜਾਂਦੀ ਹੈ। ਕਰ ਇਸਨਾਨ ਗ੍ਰਹਿ ਆਏ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿਹੜੇ ਇਸ਼ਨਾਨ ਗ੍ਰਹਿ ਆਏ। ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਸ ਵਕਤ ਉਚਾਰਨ ਕੀਤਾ ਜਦੋਂ ਵਡਾਲੀ ਸਾਹਿਬ ਤੋਂ ਸਤਿਗੁਰੂ ਜੀ ਹਰਮੰਦਰ ਸਾਹਿਬ ਆਏ, ਇਸ਼ਨਾਨ ਕੀਤਾ ਤੇ ਇਹ ਬਚਨ ਉਚਾਰਨ ਕੀਤਾ ਵੀ ਆਪਣੇ ਘਰ ਦੇ ਵਿੱਚ ਆ ਗਏ। ਸੋ ਇਸ ਪ੍ਰਕਾਰ ਕਰ ਇਸ਼ਨਾਨ ਗ੍ਰਹਿ ਆਏ। ਜਿਹੜੇ ਸਤ ਸੰਗਤ ਦੇ ਵਿੱਚ ਆ ਕੇ ਆਤਮਿਕ ਇਸ਼ਨਾਨ ਕਰਦੇ ਐ, ਉਹੀ ਆਪਣੇ ਅਸਲੀ ਘਰ ਦੇ ਵਿੱਚ ਆ ਜਾਂਦੇ ਐ। ਅਸਲੀ ਘਰ ਸਾਡਾ ਕੀ ਹੈ? ਸਾਡਾ ਆਪਣਾ ਨਿਜ ਸਰੂਪ, ਸਾਡਾ ਆਤਮਾ ਸਰੂਪ, ਜਿਹਨੂੰ ਸਤਿਗੁਰਾਂ ਨੇ ਆਖਿਆ ਗਿਆਨ ਸ੍ਰੇਸ਼ਟ ਊਤਮ ਇਸ਼ਨਾਨ। ਸਭ ਤੋਂ ਉੱਤਮ ਇਸ਼ਨਾਨ ਕੀ ਹੈ? ਆਤਮਿਕ ਗਿਆਨ। ਅੰਤਰਗਤ ਤੀਰਥ ਮਲ ਨਹਾਓ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਨੇ ਆਤਮਿਕ ਆਪਣੇ ਆਪੇ ਦਾ ਇਸ਼ਨਾਨ ਕੀਤਾ, ਉਹ ਆਪਣੇ ਨਿਜ ਸਰੂਪ ਘਰ ਦੇ ਵਿੱਚ ਆ ਜਾਂਦੇ ਹਨ। ਆਨੰਦ ਮੰਗਲ ਸੁਖ ਪਾਏ। ਸਤਿਗੁਰੂ ਜੀ ਕਹਿੰਦੇ ਉਹ ਫਿਰ ਆਨੰਦ ਮੰਗਲ, ਆਨੰਦ ਤੇ ਮੰਗਲ ਦਾ ਅਰਥ ਹੁੰਦਾ ਖੁਸ਼ੀਆਂ, ਤੇ ਅੱਗੇ ਹੈ ਸੁਖ ਪਾਏ।
ਇਹ ਤਿੰਨੇ ਸ਼ਬਦ ਹੀ ਖੁਸ਼ੀ ਦੇ ਪ੍ਰਤੀਕ ਨੇ। ਆਨੰਦ ਆਪਾਂ ਕਹਿੰਦੇ ਆ, ਮੰਗਲ ਸ਼ਬਦ ਵਰਤਦੇ ਆ, ਸੁਖ ਵਰਤਦੇ ਆ, ਖੁਸ਼ੀ ਦਾ ਪ੍ਰਤੀਕ ਨੇ, ਖੇੜੇ ਦਾ ਪ੍ਰਤੀਕ ਨੇ। ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਆਨੰਦ ਵੀ ਆ ਜਾਂਦਾ ਹੈ, ਮਨ ਵੀ ਆਨੰਦ ਦੇ ਵਿੱਚ ਆ ਜਾਂਦਾ ਹੈ। ਇਸੇ ਪ੍ਰਕਾਰ ਤਨ ਵੀ ਉਹਨਾਂ ਖੁਸ਼ੀਆਂ ਦੇ ਨਾਲ, ਮੰਗਲਾਂ ਦੇ ਨਾਲ ਭਰ ਜਾਂਦਾ ਹੈ, ਤੇ ਉਹਨਾਂ ਦੀ ਰਸਨਾ ਜਿਹੜੀ ਜ਼ੁਬਾਨ ਹੈ, ਮਨ, ਬਾਣੀ, ਸਰੀਰ, ਤਿੰਨੇ ਹੀ ਜਿਹੜੇ ਖੇੜੇ ਦੇ ਖੁਸ਼ੀ ਦੇ ਵਿੱਚ ਆ ਜਾਂਦੇ ਹਨ। ਸੰਤੋ ਰਾਮ ਨਾਮ ਨਿਸਤਰੀਐ। ਸਤਿਗੁਰੂ ਜੀ ਬਚਨ ਕਰਦੇ ਹਨ, ਹੇ ਸ਼ਾਂਤ ਚਿੱਤ ਮਹਾਤਮਾ ਜਨੋ, ਸੰਤ ਜਨੋ, ਰਾਮ ਨਾਮ ਨਿਸਤਰੀਐ। ਰਾਮ ਦੇ ਨਾਮ ਦੁਆਰਾ ਹੀ ਸੰਸਾਰ ਤੋਂ ਤਰਿਆ ਜਾਣਾ। ਇਸ ਕਲਯੁਗ ਦੇ ਸਮੇਂ ਦੇ ਵਿੱਚ ਰਾਮ ਦੇ ਨਾਮ ਦੁਆਰਾ ਹੀ ਮੁਕਤੀ ਹੋਣੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਬੜਾ ਕਲੀਅਰ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸਤਿਗੁਰੂ ਜੀ ਕਹਿੰਦੇ, ਕਲ ਮੈਂ ਮੁਕਤ ਨਾਮ ਤੇ ਪਾਵਤ, ਗੁਰ ਜਹ ਭੇਦ ਬਤਾਵੈ। ਕਲਯੁਗ ਦੇ ਵਿੱਚ ਮੁਕਤੀ ਨਾਮ ਦੁਆਰਾ ਹੀ ਮਿਲਣੀ ਹੈ। ਨਾਮ ਜਪ ਕੇ ਅਬ ਕਲੂ ਆਇਓ ਰੇ, ਇੱਕ ਨਾਮ ਬੋਬ ਹੋ ਅਨਰੂਤ ਨਾਹੀ ਨਾਹੀ। ਹੁਣ ਜਿਹੜੀ ਰੁੱਤ ਹੈ ਨਾਮ ਬੀਜਣ ਦੀ ਹੈ, ਹੁਣ ਵੱਤਾ ਹੈ, ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਹੇ ਸੰਤ ਜਨੋ, ਮਹਾਤਮਾ ਜਨੋ, ਰਾਮ ਦੇ ਨਾਮ ਦੁਆਰਾ ਹੀ ਨਿਸਤਾਰਾ ਹੈ। ਉਠਤ ਬੈਠਤ ਹਰ ਹਰ ਧਿਆਈਐ, ਆਨ ਦਿਨ ਸੁਕ੍ਰਿਤ ਕਰੀਐ ਰਹਾਉ। ਸਤਿਗੁਰੂ ਜੀ ਕਹਿੰਦੇ ਹਨ, ਕਿਦੋਂ ਧਿਆਉਣਾ ਹੈ? ਉਠਤ ਬੈਠਤ ਹਰ ਹਰ ਧਿਆਈਏ। ਉੱਠਦਿਆਂ ਬਹਿੰਦਿਆਂ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ। ਅਨ ਦਿਨ ਸੁਕ੍ਰਿਤ ਕਰੀਏ, ਤੇ ਦਿਨੇ ਰਾਤ ਸ੍ਰੇਸ਼ਟ ਕਿਰਤ ਜਿਹੜੀ ਹੈ, ਧਰਮ ਵਾਲੀ ਜਿਹੜੀ ਕਿਰਤ ਹੈ, ਉਹਨੂੰ ਕਰੀਏ। ਇੱਕ ਆਪਣਾ ਕਰਮ ਤੇ ਦੂਸਰਾ ਧਰਮ। ਕਰਮ ਜਿਹੜਾ ਉਹ ਵੀ ਧਰਮ ਦੇ ਅਨੁਸਾਰ ਕਰ ਲੈ, ਤੇ ਧਰਮ ਜਿਹੜਾ ਉਹ ਨਾਮ ਜਪਣਾ ਬਣਾ ਲੈ, ਫਿਰ ਤੇਰੇ ਜੀਵਨ ਦੀ ਸਫਲਤਾ ਹੈ। ਸਤਿਗੁਰੂ ਜੀ ਕਹਿੰਦੇ, ਊਠਤ ਬੈਠਤ ਹਰ ਹਰ ਧਿਆਈਏ। ਉੱਠਦਿਆਂ ਬਹਿੰਦਿਆਂ, ਉੱਠਣਾ ਕਦੋਂ? ਅੰਮ੍ਰਿਤ ਵੇਲੇ। ਬੈਠਣਾ ਕੀ ਹੈ? ਸਮਾਧੀ ਦੇ ਵਿੱਚ, ਧਿਆਨ ਦੇ ਵਿੱਚ, ਸਿਮਰਨ ਦੇ ਵਿੱਚ। ਉੱਠ ਕੇ ਬੈਠ ਅੰਮ੍ਰਿਤ ਵੇਲੇ, ਬੈਠ ਕੇ ਤੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆ। ਉਹਨੂੰ ਧਿਆ ਕੇ ਫਿਰ ਦਿਨੇ ਆਪਣੀ ਕਿਰਤ ਵੀ ਕਰ, ਅਨੰਦਿਨ ਸੁਕ੍ਰਿਤ ਕਰੀਏ। ਤੇ ਸਤਿਗੁਰੂ ਜੀ ਕਹਿੰਦੇ, ਸ੍ਰੇਸ਼ਟ ਜਿਹੜੀ ਧਰਮ ਦੀ ਕਿਰਤ ਹੈ, ਇਸ ਨੂੰ ਕਰਨਾ ਕਰ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਸਤਿਗੁਰੂ ਜੀ ਕਹਿੰਦੇ, ਸੰਤ ਕਾ ਮਾਰਗ, ਜਿਹੜਾ ਸਾਧੂ ਦਾ ਮਾਰਗ ਹੈ, ਧਰਮ ਕੀ ਪੌੜੀ। ਧਰਮ ਦੀ ਪੌੜੀ ਕੀ? ਧਰਮ ਦੇ ਰਸਤੇ ਤੇ ਚੱਲਦੇ ਜਾਣਾ। ਜਿਵੇਂ ਪੌੜੀ ਦਾ ਇੱਕ ਡੰਡਾ ਚੜ੍ਹ ਲਈਏ, ਫਿਰ ਅਗਲੇ ਤੇ ਚੜ੍ਹਦੇ ਆ, ਫਿਰ ਉਦੋਂ ਅਗਲੇ ਤੇ ਚੜ੍ਹਦੇ ਆ, ਫਿਰ ਸਿਖਰ ਤੇ ਪਹੁੰਚ ਜਾਂਦੇ ਆ। ਧਰਮ ਦੇ ਅਨੁਸਾਰ ਜਿਹੜੇ ਸ਼ੁਭ ਗੁਣ ਹਨ, ਉਹਨਾਂ ਨੂੰ ਧਾਰਨ ਕਰਦੇ ਜਾਣਾ ਤੇ ਔਗੁਣ ਛੱਡਦੇ ਜਾਣਾ। ਇਹ ਸੰਤ ਦਾ ਮਾਰਗ ਹੈ। ਧਰਮ ਦੀ ਪੌੜੀ ਕੀ ਹੈ? ਜਿਵੇਂ ਪੌੜੀ ਦੇ ਡੰਡੇ ਹੁੰਦੇ ਹਨ, ਸ਼ਾਸਤਰ ਦੇ ਅੰਦਰ ਧਰਮ ਦੇ 10 ਚਿੰਨ੍ਹ ਦੱਸੇ ਹੈ। ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ, ਬਚਨ, ਤਪਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ, ਧਰਮ ਲਿੰਗ 10 ਜਾਣ। ਇਹ ਸ਼ੁਭ ਗੁਣ ਜਿਹੜੇ ਨੇ, ਇਹਨਾਂ ਨੂੰ ਧਾਰਨ ਕਰਦੇ ਜਾਣਾ ਆਪਣੇ ਜੀਵਨ ਦੇ ਅੰਦਰ, ਤੇ ਔਗੁਣਾਂ ਦਾ ਤਿਆਗ ਕਰਦੇ ਜਾਣਾ। ਇਹ ਸਾਧੂ ਦਾ ਮਾਰਗ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਸਤਿਗੁਰੂ ਜੀ ਕਹਿੰਦੇ, ਕੋਈ ਵੱਡਿਆਂ ਭਾਗਾਂ ਵਾਲਾ ਹੀ ਇਹ ਸੰਤ ਦੇ ਮਾਰਗ ਤੇ ਚੱਲ ਕੇ ਤੇ ਧਰਮ ਦੇ ਰਸਤੇ ਤੇ ਚੱਲ ਕੇ ਆਪਣੇ ਜੀਵਨ ਨੂੰ ਸਵਾਰਦਾ ਹੈ। ਕੋਟ ਜਨਮ ਕੇ ਕਿਲ ਵਿਖਨਾਸੇ, ਹਰ ਚਰਣੀ ਚਿਤ ਲਾਏ। ਸਤਿਗੁਰੂ ਜੀ ਕਹਿੰਦੇ, ਕਰੋੜਾਂ ਜਨਮਾਂ ਦੇ ਜਿਹੜੇ ਕਿਲਬਿਖ ਪਾਪ ਹਨ, ਉਹ ਨਾਸੇ ਨਾਸ ਹੋ ਜਾਂਦੇ ਆ। ਹਰ ਚਰਣੀ ਚਿੱਤ ਲਾਏ, ਜਿਹੜਾ ਹਰੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਚਿੱਤ ਨੂੰ ਲਾਉਂਦਾ ਹੈ। ਕਰੋੜਾਂ ਜਨਮਾਂ ਦੇ ਪਾਪ ਇੱਕ ਜਨਮ ਦੇ ਪਾਪ ਨਹੀਂ ਹਨ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਜਨਮਾਂ ਜਨਮਾਂ ਦੀ ਮੈਲ ਕੀ ਹੈ? ਪਾਪ ਜਿਹੜੇ ਅਸੀਂ ਕਰਮ ਕੀਤੇ, ਉਹ ਜਨਮਾਂ ਜਨਮਾਂ ਦੇ ਲੱਗੇ ਆ। ਉਹੀ ਸੰਸਕਾਰ ਬਣ ਕੇ ਸਾਡੇ ਅੰਦਰ ਬੈਠੇ ਹੋਏ, ਤੇ ਉਹੀ ਕਰਮ ਜਿਹੜੇ ਆ ਵਾਰ-ਵਾਰ ਸਾਨੂੰ ਇਹ ਜੂਨਾਂ ਦੇ ਵਿੱਚ ਤੋਰ ਰਹੇ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਕੋਟ ਜਨਮ ਕੇ ਕਿਲ ਬਿਖ ਨਾਸੇ। ਕਰੋੜਾਂ ਜਨਮਾਂ ਦੇ ਕੀਤੇ ਹੋਏ ਜਿਹੜੇ ਪਾਪ ਰੂਪ ਕਰਮ ਨੇ, ਉਹ ਸਾਰੇ ਹੀ ਨਾਸ ਹੋ ਜਾਂਦੇ ਆ। ਸਤਿਗੁਰਾਂ ਨੇ ਉਦਾਹਰਣ ਵੀ ਦਿੱਤੀ ਹੈ ਪਾਵਨ ਬਾਣੀ ਦੇ ਅੰਦਰ, ਕਿ ਜਿਵੇਂ ਇੱਕ ਬੰਨੇ ਲੱਕੜਾਂ ਦਾ ਢੇਰ ਹੋਵੇ ਤੇ ਅੱਗ ਦੀ ਇੱਕ ਚਿਨਗਾਰੀ ਜਿਹੜੀ ਹੈ ਸਭ ਕੁਝ ਸਵਾਹ ਕਰ ਦਿੰਦੀ ਹੈ। ਇਸੇ ਪ੍ਰਕਾਰ ਨਾਮ ਦੀ ਮਹਿਮਾ ਹੈ। ਜਿਹੜਾ ਨਾਮ ਨੂੰ ਜਪਦਾ ਹੈ, ਨਾਮ ਦਾ ਚਿੰਤਨ ਕਰਦਾ, ਉਹਦੇ ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ। ਹਰ ਚਰਨੀ ਚਿੱਤ ਲਾਏ, ਜਿਹੜਾ ਚਿੱਤ ਹੈ ਸਾਡਾ, ਉਸ ਨੂੰ ਹਰੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲਾਉਣਾ।
ਹਰੀ ਪਰਮੇਸ਼ਰ ਦੇ ਚਰਨ ਕੀ ਹਨ? ਚਿੱਤ, ਚਰਨ, ਨਾਮ। ਜਿਹੜਾ ਸਾਡਾ ਚਿੱਤ ਹੈ, ਇਸ ਨੂੰ ਨਾਮ ਦੇ ਵਿੱਚ ਜੋੜਨਾ, ਨਾਮ ਹੀ ਉਹ ਪਰਮੇਸ਼ਰ ਦੇ ਚਰਨ ਹਨ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਸ਼ਬਦ ਹੀ ਸਤਿਗੁਰਾਂ ਦੇ ਚਰਨ ਹਨ। ਇਹਨਾਂ ਸ਼ਬਦਾਂ ਨੂੰ ਹਰ ਸਮੇਂ ਆਪਣੇ ਜੀਵਨ ਦੇ ਵਿੱਚ, ਆਪਣੇ ਮਨ ਦੇ ਵਿੱਚ ਜਪੀ ਜਾਣਾ, ਧਿਆਈ ਜਾਣਾ, ਇਹ ਪਰਮੇਸ਼ਰ ਦੇ ਚਰਨ ਹਨ। ਸਤਿਗੁਰੂ ਜੀ ਕਹਿੰਦੇ ਹਨ, ਹਰ ਚਰਨੀ ਚਿੱਤ ਲਾਏ। ਜਿਹੜਾ ਆਪਣੇ ਚਿੱਤ ਨੂੰ ਹਰੀ ਪਰਮੇਸ਼ਰ ਦੇ ਨਾਮ ਰੂਪ ਚਰਨਾਂ ਦੇ ਵਿੱਚ ਲਾ ਲੈਂਦਾ ਹੈ। ਉਸਤਤ ਕਰਹੁ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਸਤਿਗੁਰੂ ਜੀ ਕਹਿੰਦੇ ਉਸਤਤੀ ਕਰਨੀ ਹੈ, ਵਡਿਆਈ ਕਰਨੀ ਹੈ, ਤੇ ਕਰਹੁ, ਸਤਿਗੁਰਾਂ ਨੇ ਰੋਕਿਆ ਨਹੀਂ, ਪਰ ਕਿਹਦੀ? ਪ੍ਰਭ ਆਪਣੇ, ਆਪਣੇ ਪ੍ਰਭੂ ਪਰਮੇਸ਼ਰ ਦੀ ਵਡਿਆਈ ਕਰੋ। ਜੇ ਜਸ ਗਾਉਣਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਦਾ ਗਾਓ, ਕਿਉਂਕਿ ਸਾਡਾ ਸੁਭਾਅ ਹੈ ਜਸ ਗਾਉਣ ਦਾ, ਬੰਦੇ ਦਾ। ਜਿਹਦੇ ਤੋਂ ਪ੍ਰਭਾਵਿਤ ਹੋਵੇ ਉਹਦਾ ਜਸ ਗਾਉਂਦਾ। ਤੇ ਸਤਿਗੁਰੂ ਜੀ ਕਹਿੰਦੇ ਤੇਰੇ ਤੇ ਪ੍ਰਭਾਵ ਗੁਰੂ ਦਾ ਹੀ ਪੈਣਾ ਚਾਹੀਦਾ, ਪਰਮੇਸ਼ਰ ਦਾ ਹੀ ਪੈਣਾ ਚਾਹੀਦਾ, ਕਿਸੇ ਹੋਰ ਦਾ ਜਸ ਨਾ ਗਾਈ। ਗੁਰੂ ਦੇ ਦਰ ਨੂੰ ਛੱਡ ਕੇ ਕਿਸੇ ਹੋਰ ਦੀ ਅਰਾਧਨਾ, ਹੋਰ ਦੀ ਪੂਜਾ, ਹੋਰ ਦੇ ਜਸ, ਹੋਰ ਦੇ ਸੋਲੇ ਨਾ ਗਾਉਂਦਾ ਫਿਰੀ, ਫਿਰ ਜੀਵਨ ਦੀ ਸਫਲਤਾ ਨਹੀਂ ਹੋਣੀ। ਉਸਤਤ ਕਰਹੁ ਸਦਾ ਪ੍ਰਭ ਆਪਣੇ। ਸਤਿਗੁਰੂ ਜੀ ਕਹਿੰਦੇ ਆਪਣਾ ਜੋ ਪ੍ਰਭੂ ਪਰਮੇਸ਼ਰ ਵਾਹਿਗੁਰੂ, ਭਾਵ ਕਿ ਸਾਡਾ ਆਪਾ ਰੂਪ ਉਹੀ ਹੈ, ਆਤਮਾ ਸਰੂਪ। ਉਹ ਪਰਮੇਸ਼ਰ ਵਾਹਿਗੁਰੂ ਜੋ ਤੇਰਾ ਆਪਾ ਰੂਪ ਹੈ, ਸਭ ਕੁਝ ਹੈ, ਉਹਦਾ ਜਸ, ਉਹਦੀ ਉਸਤਤੀ, ਉਹਦੀ ਵਡਿਆਈ ਸਤਿਗੁਰੂ ਜੀ ਕਹਿੰਦੇ ਗਾਉਣਾ ਕਰ, ਜਿਨ ਪੂਰੀ ਕਲ ਰਾਖੀ। ਜਿਸ ਪਰਮੇਸ਼ਰ ਨੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਤੇਰੀ ਰੱਖਿਆ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ ਕਿ ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਲਯੁਗ ਦੇ ਵਿੱਚ ਰੱਖਿਆ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਮ ਦਾ ਛਿੱਟਾ ਦਿੱਤਾ ਤੇ ਫੇਰ ਹੋਈ। ਸਾਰਾ ਸੰਸਾਰ ਸੜਬੜ ਰਿਹਾ ਸੀ, ਸਾਰੇ ਸੰਸਾਰ ਦੇ ਵਿੱਚ ਦੁੱਖ ਸੀ, ਜ਼ੁਲਮ ਸੀ, ਪਾਪ ਸੀ, ਬੜੇ ਦੁੱਖ ਸਨ। ਪਰ ਸਤਿਗੁਰਾਂ ਨੇ ਜਲ ਤੋ ਬਲ ਤੋ ਤੌਕਿਆ, ਗੁਰ ਚੰਦਨ ਸੀਤ ਲਾਇਓ। ਜਿਵੇਂ ਸੜਦੇ ਬਲਦੇ ਚੀਜ਼ ਦੇ ਉੱਤੇ ਪਾਣੀ ਪਾ ਦਈਦਾ ਨਾ, ਸ਼ਾਂਤ ਹੋ ਜਾਂਦਾ, ਇਦਾਂ ਸਤਿਗੁਰਾਂ ਨੇ ਨਾਮ ਦਾ ਛਿੱਟਾ ਦਿੱਤਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਜਿਨ ਪੂਰੀ ਕਲ ਰਾਖੀ। ਜਿਸ ਪਰਮੇਸ਼ਰ ਵਾਹਿਗੁਰੂ ਨੇ, ਜਿਸ ਗੁਰੂ ਨੇ ਪੂਰੇ ਸੰਸਾਰ ਦੇ ਵਿੱਚ ਸਾਡੀ ਰੱਖਿਆ ਕੀਤੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਕੱਲੇ ਹਿੰਦੂ ਧਰਮ ਦੀ ਰੱਖਿਆ ਨਹੀਂ ਕੀਤੀ, ਸਾਰੇ ਹੀ ਧਰਮਾਂ ਦੀ ਰੱਖਿਆ ਹੈ, ਸਾਰੇ ਹੀ ਸੰਸਾਰ ਦੀ ਰੱਖਿਆ ਹੈ। ਇਸੇ ਕਰਕੇ ਕਵੀ ਸੈਨਾਪਤੀ ਜੀ ਨੇ ਗੁਰਸੋਭਾ ਦੇ ਅੰਦਰ ਇਹ ਬਚਨ ਕਹੇ ਹਨ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਾਂ ਕਹਿੰਦੇ ਹਾਂ ਹਿੰਦ ਕੀ ਚਾਦਰ। ਉਹ ਕਹਿੰਦੇ ਇਹ ਸ਼ਬਦ ਛੋਟਾ ਹੈ। ਉਹ ਕਹਿੰਦੇ ਸਕਲ ਸ੍ਰਿਸ਼ਟ ਪੈ ਢਾਪੀ ਚਾਦਰ। ਸਾਰੇ ਸ੍ਰਿਸ਼ਟੀ ਤੇ ਹੀ ਉਹਨਾਂ ਨੇ ਆਪਣੀ ਚਾਦਰ ਤਾਣ ਦਿੱਤੀ ਹੈ। ਇਕੱਲੇ ਹਿੰਦ ਦੀ ਗੱਲ ਨਹੀਂ, ਸਮੁੱਚੇ ਸੰਸਾਰ ਦੀ। ਕਿਉਂਕਿ ਸਤਿਗੁਰਾਂ ਨੇ ਧਰਮ ਹੇਤ, ਧਰਮ ਦੇ ਵਾਸਤੇ ਕੁਰਬਾਨੀ ਕੀਤੀ ਹੈ। ਹਿੰਦੂ ਵੀ ਔਰੰਗਜ਼ੇਬ ਤੋਂ ਦੁਖੀ ਸਨ, ਮੁਸਲਮਾਨ ਵੀ ਦੁਖੀ ਸਨ। ਜਿਹੜਾ ਰਾਜ ਜ਼ੁਲਮੀ ਹੋ ਜੇ ਉਹਦੇ ਤੋਂ ਸਾਰੇ ਧਰਮ ਹੀ ਦੁਖੀ ਹੁੰਦੇ, ਉਹ ਕਿਸੇ ਦਾ ਨਹੀਂ ਬਣਦਾ। ਜਿਹੜਾ ਰਾਜ ਜ਼ੁਲਮੀ ਹੋਵੇ ਉਹ ਕਿਸੇ ਧਰਮ ਦਾ ਲਿਹਾਜ਼ ਨਹੀਂ ਕਰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਜਿਨ ਪੂਰੀ ਕਲ ਰਾਖੀ। ਜਿਸ ਗੁਰੂ ਨੇ, ਜਿਸ ਪਰਮੇਸ਼ਰ ਨੇ ਕਲਯੁਗ ਦੇ ਸਮੇਂ ਵਿੱਚ ਸਾਡੀ ਰੱਖਿਆ ਕੀਤੀ ਹੈ ਤੇ ਹਰ ਤਰ੍ਹਾਂ ਕਰਕੇ ਸਾਡੀ ਰੱਖਿਆ ਕਰ ਰਿਹਾ, ਉਹਦੇ ਜਸ ਨੂੰ, ਉਹਦੀ ਵਡਿਆਈ ਨੂੰ ਗਾਉਣਾ ਕਰ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਪਰਮੇਸ਼ਰ ਦਾ, ਗੁਰੂ ਦਾ ਜਸ ਗਾਇਆ, ਜੀ ਜੰਤ, ਚਾਹੇ ਉਹ ਜੀਵ ਨੇ, ਚਾਹੇ ਉਹ ਜੰਤ ਨੇ, ਚਾਹੇ ਉਹ ਸੂਖਮ ਰੂਪ ਦੇ ਵਿੱਚ ਨੇ, ਚਾਹੇ ਉਹ ਸਥੂਲ ਰੂਪ ਦੇ ਵਿੱਚ ਨੇ, ਚਾਹੇ ਉਹ ਛੋਟੇ ਰੂਪ ਦੇ ਵਿੱਚ ਨੇ, ਚਾਹੇ ਉਹ ਵੱਡੇ ਰੂਪ ਦੇ ਵਿੱਚ ਨੇ, ਜਿੰਨੇ ਵੀ ਜਸ ਗਾਇਆ, ਛੋਟਾ ਵੱਡਾ, ਅਮੀਰ ਗਰੀਬ, ਪੜ੍ਹਿਆ ਅਨਪੜ੍ਹਿਆ, ਚੋਰ ਸਾਧ, ਕਿਸੇ ਨੇ ਵੀ ਗਾਇਆ, ਜਿੰਨੇ ਵੀ ਪਰਮੇਸ਼ਰ ਦਾ ਜਸ ਗਾਇਆ, ਸਤਿਗੁਰੂ ਜੀ ਕਹਿੰਦੇ ਭਏ ਪਵਿੱਤਰਾ, ਉਹ ਪਵਿੱਤਰ ਹੋ ਗਏ। ਸਤਿਗੁਰ ਕੀ ਸੱਚ ਸਾਖੀ ਹੈ, ਸਤਿਗੁਰਾਂ ਦੀ ਸੱਚੀ ਗਵਾਹੀ ਹੈ। ਸਤਿਗੁਰਾਂ ਦਾ ਇਤਿਹਾਸ ਪੜ੍ਹ ਲਓ, ਜਿਹੜਾ ਵੀ ਆਇਆ ਉਹੀ ਤਰ ਗਿਆ। ਚੋਰ ਆਇਆ ਉਹ ਤਰ ਗਿਆ, ਠੱਗ ਆਇਆ ਉਹ ਤਰ ਗਿਆ, ਸਾਧ ਆਇਆ ਉਹ ਤਰ ਗਿਆ, ਸੰਸਾਰੀ ਆਇਆ ਉਹ ਤਰ ਗਿਆ, ਰਾਜਾ ਆਇਆ ਉਹ ਤਰ ਗਿਆ। ਕਿੰਨਿਆਂ ਕੁ ਨੂੰ ਨਹੀਂ ਤਾਰਿਆ ਸਤਿਗੁਰਾਂ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਪਰਮੇਸ਼ਰ ਦਾ ਜਸ ਗਾਏਗਾ, ਚਾਹੇ ਉਹ ਭਗਤ ਧਰੂ ਨੇ ਗਾਇਆ, ਭਗਤ ਪ੍ਰਹਿਲਾਦ ਨੇ ਗਾਇਆ,
ਇੱਥੋਂ ਤੱਕ ਕਿ ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਸਤਾਰਾ। ਅਜਾਮਲ ਪਾਪੀ ਵਰਗਿਆਂ ਨੇ ਗਾਏ, ਉਹ ਵੀ ਤਰ ਗਏ। ਗਨਕਾ ਉਧਰੀ, ਗਨਕਾ ਵਰਗੀਆਂ ਤਰ ਗਈਆਂ। ਕਿੰਨੀਆਂ ਉਦਾਹਰਨਾਂ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਸਾਨੂੰ ਦੱਸੀਆਂ ਕਿ ਜਿਨਨੇ ਪਰਮੇਸ਼ਰ ਦਾ ਜਸ ਗਾਇਆ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ। ਸਤਿਗੁਰੂ ਜੀ ਕਹਿੰਦੇ ਜਿਸ ਨੇ ਪਰਮੇਸ਼ਰ ਦਾ ਨਾਮ ਜਪਿਆ ਹੋਵੇ ਤੇ ਉਹਦਾ ਕੋਈ ਕਲੰਕ ਰਹਿ ਗਿਆ ਹੋਵੇ, ਉਦਾਹਰਨ ਤੁਸੀਂ ਦੱਸ ਦਿਓ। ਜਿਨਨੇ ਨਾਮ ਜਪਿਆ ਉਹ ਸੰਸਾਰ ਤੋਂ ਤਰ ਗਿਆ, ਚਾਹੇ ਉਹਦਾ ਕਿੱਦਾਂ ਦਾ ਵੀ ਜੀਵਨ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੀ ਜੰਤ ਸਭ ਭਏ ਪਵਿੱਤਰਾ। ਜੀਵ ਛੋਟੇ, ਜੰਤ ਵੱਡੇ, ਸੂਖਮ ਸਥੂਲ, ਜਿੰਨੇ ਵੀ ਪਰਮੇਸ਼ਰ ਦਾ ਗੁਰੂ ਦਾ ਜਸ ਗਾਇਆ ਉਹ ਪਵਿੱਤਰਾ, ਉਹ ਤਨ ਮਨ ਕਰਕੇ ਪਵਿੱਤਰ ਹੋ ਗਿਆ। ਸਤਿਗੁਰ ਕੀ ਸੱਚ ਸਾਖੀ, ਇਹ ਸੱਚੇ ਸਤਿਗੁਰਾਂ ਦੀ ਸੱਚੀ ਗਵਾਹੀ ਹੈ। ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਪਰਮੇਸ਼ਰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾਉਂਦਾ ਹੈ, ਬਿਗਨ ਬਿਨਾਸਨ ਸਭ ਦੁਖ ਨਾਸਨ। ਜਿੰਨੇ ਬਿਗਨ ਹਨ ਉਹ ਸਾਰੇ ਨਾਸ ਹੋ ਜਾਂਦੇ ਆ, ਜਿੰਨੇ ਦੁੱਖ ਹਨ ਉਹ ਨਾਸ ਹੋ ਜਾਂਦੇ। ਵਿਘਨ ਸਾਡੇ ਜੀਵਨ ਦੇ ਵਿੱਚ ਪੈਂਦੇ ਹਨ, ਸੰਸਾਰੀ ਜੀਵਨ ਦੇ ਵਿੱਚ ਪੈਂਦੇ ਹਨ, ਅਧਿਆਤਮਿਕ ਜੀਵਨ ਦੇ ਵਿੱਚ ਵੀ ਪੈਂਦੇ ਹਨ। ਸੰਸਾਰੀ ਜੀਵਨ ਦੇ ਵਿੱਚ ਸਾਨੂੰ ਕੋਈ ਦੁੱਖ ਆ ਜੇ, ਅਸੀਂ ਅਰਦਾਸ ਬੇਨਤੀ ਕਰਾਉਣੇ ਆ, ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਅਧਿਆਤਮਿਕ ਪੱਖ ਦੇ ਜਿਹੜੇ ਵਿਘਨ ਹਨ, ਮਨ ਨਹੀਂ ਟਿਕਦਾ, ਮਨ ਦੀ ਅਵਸਥਾ ਨਹੀਂ ਬਦਲਦੀ, ਫੁਰਨੇ ਨਹੀਂ ਰੁਕਦੇ, ਸੰਕਲਪ ਨਹੀਂ ਰੁਕਦੇ, ਨਾਮ ਨਹੀਂ ਜਪਿਆ ਜਾਂਦਾ, ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ, ਇਹ ਜਿੰਨੇ ਹਨ ਇਹ ਵਿਘਨ ਹਨ। ਇਹ ਜਦੋਂ ਗੁਰੂ ਦੀ ਕਿਰਪਾ ਹੋ ਜਾਏ, ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੀਏ, ਸਾਰੇ ਵਿਘਨ ਨਾਸ ਹੋ ਜਾਂਦੇ। ਦੁੱਖ ਨਾਸਨ, ਫਿਰ ਜਿੰਨੇ ਦੁੱਖ ਹਨ, ਜੰਮਣ ਦਾ, ਮਰਨ ਦਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇੱਕ ਦੁੱਖ ਹੈ ਕਿਤੇ, ਬੇਅੰਤ ਦੁੱਖ ਨੇ। ਸਤਿਗੁਰੂ ਜੀ ਕਹਿੰਦੇ ਸਾਰੇ ਦੁੱਖ ਉਹਦੇ ਨਾਸ ਹੋ ਜਾਂਦੇ ਹਨ, ਸਤਿਗੁਰ ਨਾਮ ਦ੍ਰਿੜਾਇਆ। ਜਦੋਂ ਪੂਰੇ ਗੁਰੂ ਨੇ ਸੱਚਾ ਨਾਮ ਦ੍ਰਿੜ ਕਰਵਾ ਦਿੱਤਾ, ਜਦੋਂ ਗੁਰੂ ਨਾਮ ਦ੍ਰਿੜ ਕਰਵਾਉਂਦਾ ਤੇ ਫਿਰ ਉਹਨੂੰ ਆਪਾਂ ਜਪਦੇ ਹਾਂ। ਪੰਜਾਂ ਪਿਆਰਿਆਂ ਦੇ ਆਪਾਂ ਪੇਸ਼ ਹੁੰਨੇ, ਜਿਵੇਂ ਅੱਜ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਇਸੇ ਹੀ ਅਸਥਾਨ ਤੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਗੁਰੂ ਵਾਲੇ ਨਹੀਂ ਬਣੇ, ਭਾਈ ਪੰਜਾਂ ਪਿਆਰਿਆਂ ਦੇ ਪੇਸ਼ ਹੋਵੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਗੁਰੂ ਦੀ ਦਾਤ ਜਿਹੜੀ ਹੈ ਅਮੋਲਕ ਦਾਤ, ਗੁਰੂ ਵਾਲੇ ਬਣੋ। ਸਤਿਗੁਰ ਬੱਝਹੁ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਤੇ ਜਿਹੜੇ ਪੰਜ ਪਿਆਰੇ ਸਹਿਬਾਨ ਹਨ ਉਹ ਨਾਮ ਦ੍ਰਿੜ ਕਰਵਾਉਂਦੇ ਆ, ਗੁਰ ਮੰਤਰ, ਮੂਲ ਮੰਤਰ। ਫਿਰ ਉਹਨੂੰ ਆਪਾਂ ਜਪਣਾ, ਉਹਦਾ ਅਭਿਆਸ ਕਰਨਾ, ਤੇ ਫਿਰ ਸਾਡੇ ਵਿਘਨ ਤੇ ਜਿੰਨੇ ਦੁੱਖ ਹਨ ਇਹ ਨਾਸ ਹੁੰਦੇ ਹਨ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਸਤਿਗੁਰੂ ਜੀ ਕਹਿੰਦੇ ਫਿਰ ਸਾਰੇ ਹੀ ਪਾਪ ਖੋਏ, ਕਈਏ ਚਲ ਜਾਂਦੇ ਐ, ਗਵਾਚ ਜਾਂਦੇ ਐ, ਨਾਸ ਹੋ ਜਾਂਦੇ ਐ। ਭਏ ਸਭ ਪਾਵਨ, ਸਭ ਤਰ੍ਹਾਂ ਕਰਕੇ ਜੀਵਨ ਸਾਡਾ ਪਾਵਨ ਕਹੀਏ ਪਵਿੱਤਰ ਬਣ ਜਾਂਦਾ ਹੈ। ਮਨ ਕਰਕੇ ਵੀ ਸ਼ੁੱਧ ਹੋ ਜਾਂਦਾ, ਤਨ ਕਰਕੇ ਵੀ ਸ਼ੁੱਧ ਹੋ ਜਾਂਦਾ, ਬਾਣੀ ਕਰਕੇ ਵੀ ਸ਼ੁੱਧ ਹੋ ਜਾਂਦਾ। ਕਿਉਂਕਿ ਇਹਨਾਂ ਚੀਜ਼ਾਂ ਰਾਹੀਂ ਅਸੀਂ ਪਾਪ ਰੂਪ ਕਰਮ ਕਰਦੇ। ਸਾਡੇ ਜਿਹੜੇ ਕਰਮ ਹਨ ਜਾਂ ਤਾਂ ਮਨ ਕਰਕੇ ਹੁੰਦੇ ਐ, ਜਾਂ ਬਾਣੀ ਦੁਆਰਾ ਹੁੰਦੇ ਐ, ਜਾਂ ਸਰੀਰ ਦੁਆਰਾ ਹੁੰਦੇ ਐ। ਇਹ 10 ਪਾਪ ਮੰਨੇ ਨੇ ਧਾਰਮਿਕ ਸ਼ਾਸਤਰਾਂ ਦੇ ਅੰਦਰ, ਜਿਨ੍ਹਾਂ ਦੇ ਵਿੱਚੋਂ ਮਨ ਦੇ ਨੇ, ਬਾਣੀ ਦੇ ਨੇ, ਸਰੀਰ ਦੇ ਨੇ। ਔਰ ਇਹ ਸਾਰੇ ਹੀ ਉਦੋਂ ਪਵਿੱਤਰ ਹੁੰਦੇ ਐ ਜਦੋਂ ਗੁਰੂ ਦਾ ਨਾਮ ਸਾਡੇ ਅੰਦਰ ਵਸ ਜਾਏ, ਗੁਰੂ ਦੀ ਦਿੱਤੀ ਹੋਈ ਰਹਿਤ ਸਾਡੇ ਅੰਦਰ ਵਸ ਜਾਏ। ਫੇਰ ਸਤਿਗੁਰੂ ਜੀ ਕਹਿੰਦੇ ਸਾਰੇ ਹੀ ਪਾਪ ਨਾਸ ਹੋ ਜਾਂਦੇ ਹਨ, ਸਭ ਤਰ੍ਹਾਂ ਕਰਕੇ ਜੀਵਨ ਪਵਿੱਤਰ ਹੋ ਜਾਂਦਾ। ਜਨ ਨਾਨਕ ਸੁਖ ਘਰ ਆਇਆ। ਫਿਰ ਸਾਡੇ ਆਤਮਿਕ ਹਿਰਦੇ ਰੂਪੀ ਘਰ ਦੇ ਵਿੱਚ ਸੁਖ ਆ ਜਾਂਦਾ। ਤੇ ਬਾਹਰੀ ਘਰ ਦੇ ਵਿੱਚ ਵੀ, ਘਰਾਂ ਦੇ ਵਿੱਚ ਆਪਾਂ ਕਹਿੰਦੇ ਆ ਕਲੇਸ਼ ਰਹਿੰਦਾ, ਲੜਾਈ ਰਹਿੰਦੀ, ਝਗੜੇ ਰਹਿੰਦੇ ਐ। ਤੇ ਜੇ ਉੱਥੇ ਬਾਣੀ ਦਾ ਪਹਿਰਾ ਆ ਜਾਏ, ਅੰਮ੍ਰਿਤ ਵੇਲੇ ਕੋਈ ਨਿਤਨੇਮ ਕਰੇ, ਸ਼ਾਮ ਨੂੰ ਕੋਈ ਰਹਿ ਰਾਸ ਕਰੇ, ਕੀਰਤਨ ਕਰੇ, ਸਵੇਰੇ ਸ਼ਾਮ ਨੂੰ ਕਰੇ, ਤੇ ਘਰ 'ਚ ਦੁੱਖ ਰਹਿੰਦਾ ਹੀ ਨਹੀਂ। ਪ੍ਰਤੱਖ ਰੂਪ ਦੇ ਵਿੱਚ ਵੀ ਘਰ ਦੇ ਵਿੱਚ ਸੁੱਖ ਆ ਜਾਂਦਾ ਹੈ, ਤੇ ਸਾਡਾ ਜਿਹੜਾ ਹਿਰਦੇ ਰੂਪੀ ਘਰ ਹੈ ਉਹਦੇ ਵਿੱਚ ਵੀ ਸੁੱਖ ਆ ਜਾਂਦਾ ਹੈ। ਔਰ ਉਹ ਸੁੱਖ ਉਦੋਂ ਆਉਂਦਾ ਹੈ ਜਦੋਂ ਅਸੀਂ ਗੁਰੂ ਦੇ ਉਪਦੇਸ਼ ਵਸਾ ਲੈਂਦੇ। ਸੋ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਨੂੰ ਆਪਾਂ ਰਲ ਮਿਲ ਕੇ ਗੁਰੂ ਦੀ ਕਿਰਪਾ ਦੁਆਰਾ ਸਾਂਝਿਆਂ ਕੀਤਾ ਹੈ। ਸਾਰੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ। ਸਤਿਕਾਰਯੋਗ ਮਹਾਨ ਪਰਉਪਕਾਰੀ ਮਹਾਂਪੁਰਸ਼ ਸੰਪਰਦਾਇ ਨਾਨਕਸਰ ਸ਼੍ਰੀਮਾਨ ਸੰਤ ਬਾਬਾ ਅਮਰ ਸਿੰਘ ਜੀ ਬੜੁੰਦੀ ਵਾਲੇ ਮਹਾਂਪੁਰਸ਼, ਜਿਹੜੇ ਇਹ ਮਹਾਨ ਪਰਉਪਕਾਰ ਦੇ ਕਾਰਜ ਕਰ ਰਹੇ ਹਨ,
ਉਹਨਾਂ ਮਹਾਂਪੁਰਸ਼ਾਂ ਦੇ ਦੋ ਹੀ ਨਿਸ਼ਾਨੇ ਹਨ ਕਿ ਸੰਸਾਰ ਦੇ ਵਿੱਚ ਸਿੱਖਾਂ ਦੇ ਬੱਚਿਆਂ ਤੱਕ ਐਜੂਕੇਸ਼ਨ ਪਹੁੰਚ ਜਾਏ, ਦੂਸਰਾ ਹੈਲਥ ਜਿਹੜੀ ਹੈ ਉਹ ਪਹੁੰਚ ਜਾਏ। ਇਹਨਾਂ ਦੋ ਕਾਰਜਾਂ ਤੇ ਉਹ ਮਹਾਂਪੁਰਸ਼ ਸਮੁੱਚੇ ਸੰਸਾਰ ਦੇ ਵਿੱਚ ਸਕੂਲ, ਕਾਲਜ, ਇਸੇ ਤਰ੍ਹਾਂ ਸਭ ਤਰ੍ਹਾਂ ਦੀ ਸੁਵਿਧਾ ਜਿਹੜੀ ਹੈ ਪੂਰੇ ਵਰਲਡ ਦੇ ਵਿੱਚ, ਤੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦਾ ਕੋਈ ਵੀ ਨਹੀਂ ਹੈ, ਉਹਨਾਂ ਨੂੰ ਫ੍ਰੀ ਜਿਹੜੀ ਵਿੱਦਿਆ, ਸਭ ਤਰ੍ਹਾਂ ਸਾਰੀਆਂ ਉਹਨਾਂ ਨੂੰ ਸਹੂਲਤਾਂ ਦੇ ਕੇ ਉਹਨਾਂ ਨੂੰ ਵਿੱਦਿਆ ਦਾ ਦਾਨ, ਇਹ ਸਭ ਤੋਂ ਉੱਤਮ ਦਾਨ ਹੈ। ਸੰਸਾਰ ਦੇ ਵਿੱਚ ਕਿਸੇ ਨੂੰ ਪੈਸੇ ਦੇ ਦੇਣੇ, ਕੱਪੜੇ ਦੇ ਦੇਣੇ, ਵਸਤਰ ਦੇ ਦੇਣੇ, ਇਹ ਠੀਕ ਹੈ, ਦਾਨ ਹੈ, ਪਰ ਕਿਸੇ ਨੂੰ ਜੀਵਨ ਜਿਉਣ ਦੀ ਜਾਚ ਸਿਖਾ ਦੇਣੀ, ਇਹ ਸਭ ਤੋਂ ਵੱਡੀ ਦਾਨ ਹੈ। ਉਹ ਵਿੱਦਿਆ ਹੈ। ਵਿੱਦਿਆ ਤੋਂ ਬਿਨਾਂ ਅਕਲ ਨਹੀਂ ਆਉਂਦੀ। ਸੰਸਾਰ ਦੇ ਵਿੱਚ ਕਿਸੇ ਨੂੰ ਪੈਰਾਂ ਸਿਰ ਖੜਿਆਂ ਕਰ ਦੇਣਾ, ਉਹ ਵਿੱਦਿਆ ਹੀ ਕਰ ਸਕਦੀ, ਇਸੇ ਕਰਕੇ ਉਹਨੂੰ ਤੀਜਾ ਨੇਤਰ ਮੰਨਿਆ। ਸੋ ਇਸ ਕਰਕੇ ਉਹ ਮਹਾਨ ਮਹਾਂਪੁਰਸ਼ ਜਿਹੜੇ ਸਾਰੇ ਕਾਰਜ ਕਰਾ ਰਹੇ ਹਨ, ਉਹਨਾਂ ਦੀ ਕਿਰਪਾ ਦੁਆਰਾ ਇਹ ਮਹਾਨ ਕਾਰਜ ਹੋ ਰਹੇ ਹੈ। ਮਹਾਨ ਗੁਰਮਤਿ ਸਮਾਗਮ ਇਸ ਧਰਤੀ ਤੇ ਹੋ ਰਹੇ ਆ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਰਹਿਮਤਾਂ, ਖੁਸ਼ੀਆਂ ਪ੍ਰਾਪਤ ਕਰੋ। ਇੰਨੀਆਂ ਕੁ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਇੱਥੇ ਹੀ ਸਮਾਪਤੀ ਹੈ। ਹੁਣ ਸਤਿਕਾਰਯੋਗ ਜਥੇ ਪਾਸੋਂ ਆਪ ਜੀ ਹਰਿ ਜਸ ਕੀਰਤਨ ਸਰਵਣ ਕਰੋ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।